ਬਹਿਕਦੇ ਅੰਗਿਆਰਿਆਂ ਤੇ ਤੁਰਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਰਾਤਾਂ ਨੂੰ ਰਸ਼ਨਾਉਂਦੇ ਰਹੇ ਨੇ ਲੋਕ। ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦ ਤੋਂ, ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦ ਤੋਂ ਜ਼ੁਲਮ ਦੇ ਗਲ ਸੰਗਲੀ ਪਾਉਂਦੇ ਰਹੇ ਨੇ ਲੋਕ। ਪੰਜਾਬੀ ਦੇ ਕ੍ਰਾਂਤੀਕਾਰੀ ਮਸ਼ਹੂਰ ਸ਼ਾਇਰ ਅਵਤਾਰ ਪਾਸ਼ ਦੀਆਂ ਇਹ ਲਾਈਨਾਂ ਅੱਜ ਤੋਂ ਕਈ ਦਹਾਕੇ ਪਹਿਲਾਂ ਲਿਖੀਆਂ ਗਈਆਂ, ਪਰ ਅੱਜ ਵੀ ਇਹ ਭਾਰਤ ਦੀ ਹਾਲਤ ਉਸੇ ਤਰ੍ਹਾਂ ਹੈ। ਹਾਲਾਂਕਿ ਇਹ ਕਿਹਾ ਜਾ ਸਕਦਾ ਕਿ ਪਹਿਲਾਂ ਨੂੰ ਵੀ ਬੱਤਰ ਹੁੰਦੀ ਜਾ ਰਹੀ ਹੈ। ਸਰਕਾਰ ਵੱਲੋਂ ਲਿਆਂਦੇ ਗਏ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਆਪਣੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ ਅਤੇ ਇਸ ਵਿੱਚ 600 ਤੋਂ ਵੱਧ ਕਿਸਾਨ ਸ਼ਹੀਦ ਵੀ ਹੋ ਗਏ ਹਨ। ਅੱਜ 27 ਸਤੰਬਰ ਨੂੰ ਸੰਯੁਕਤ ਮੋਰਚੇ ਨੇ ਪੂਰੇ ਭਾਰਤ ਬੰਦ ਦਾ ਸੱਦਾ ਦਿੱਤਾ ਸੀ। ਇਸੇ ਸੰਦਰਭ ਵਿੱਚ ਅੱਜ ਅਸੀਂ ਸਕਾਟਲੈਂਡ ਦੇ ਰਾਜਧਾਨੀ ਐਡਿਨਬਰਾ ਦੇ ਇੰਡੀਅਨ ਕੌਂਸੂਲੇਟ ਦੇ ਸਾਹਮਣੇ ਇਕੱਤਰ ਹੋਏ ਹਾਂ ਤੇ ਸਕਾਟਲੈਂਡ ਦੇ ਭਾਰਤੀ ਭਾਈਚਾਰੇ ਦੇ ਲੋਕ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਨੇ, ਆਪਣਾ ਵਿਰੋਧ ਚਾ ਰਹੇ ਨੇ। ਇੰਡੀਅਨ ਕੌਂਸੂਲੇਟ ਐਡਿਨਬਰਾ ਦੇ ਸਾਹਮਣੇ ਪੂਰਾ ਰੋਸ ਪ੍ਰਦਰਸ਼ਨ ਕਰ ਰਹੇ ਨੇ। किसान मजदूर एकता जिंदाबाद, किसान मजदूर एकता जिंदाबाद, मोदी सरकार हाय हाय, मोदी सरकार हाय हाय, किसान मजदूर एकता जिंदाबाद। नो फार्मर नो फूड, नो फार्मर नो फूड जिंदाबाद, मोदी सरकार जिंदाबाद, मोदी सरकार जिंदाबाद, किसान एकता जिंदाबाद, किसान एकता जिंदाबाद, मोदी सरकार जिंदाबाद, इंडियन सरकार जिंदाबाद, इंडियन सरकार जिंदाबाद, इनकलाब जिंदाबाद, इनकलाब जिंदाबाद, इनकलाब जिंदाबाद। नरेंद्र मोदी किसान विरोधी, नरेंद्र मोदी किसान विरोधी। स्पीकर तो बगैर ही ना फड़ गया आएंगे नारे पंचर लगे। किसान मजदूर एकता जिंदाबाद, किसान मजदूर एकता जिंदाबाद। भगत सिंह का ये पैगाम गोरों से कल लड़े थे गोरों से, कल लड़े थे गोरों से, अब लड़ेंगे जोरों से। साडे हक इत्थे रख, साडे हक इत्थे रख, साडे हक इत्थे रख। चौकीदार चोर है, चौकीदार चोर है। अदानी अबानी मुर्दाबाद, अदानी अदानी मुर्दाबाद, अदानी अबानी। मुर्दाबाद। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਉਹ ਆਰਗੇਨਾਈਜ਼ ਨੂੰ ਜਿਨ੍ਹਾਂ ਨੇ ਸਾਰੇ ਪੰਜਾਬੀ ਭਰਾਵਾਂ ਨੂੰ ਇੱਥੇ ਇਕੱਠੇ ਕੀਤਾ ਤੇ ਜੋ ਵੀ ਮੋਦੀ ਦੀ ਗਵਰਨਮੈਂਟ ਕਿਸਾਨਾਂ ਪ੍ਰਤੀ ਇੰਨਾ ਮਾੜਾ ਕਾਨੂੰਨ ਲੈ ਕੇ ਆਈ ਆ ਤੇ ਉਹਦੇ ਵਿਰੋਧ ਦੇ ਵਿੱਚ ਅਸੀਂ ਐਡਿਨਬਰਾ ਇੱਥੇ ਇੰਡੀਅਨ ਕੌਂਸੂਲੇਟ ਦੇ ਸਾਹਮਣੇ ਆਪਦਾ ਪ੍ਰਦਰਸ਼ਨ ਕਰਨ ਲਈ ਪਹੁੰਚੇ ਆ। ਬੜਾ ਧੰਨਵਾਦ ਉਹਨਾਂ ਭਰਾਵਾਂ ਦਾ ਸਾਰਿਆਂ ਦਾ। ਤੇ ਬਾਕੀ ਗੱਲ ਇਹ ਹੈਗੀ ਆ ਵੀ ਜੋ ਇਹ ਕਰ ਰਹੇ ਨੇ ਇਹ ਸਿੱਧਾ ਪੰਜਾਬੀਆਂ ਦੀ ਰੋਟੀ ਖੋਹਣ ਨੂੰ ਲੱਗੇ ਆ, ਕਿਉਂਕਿ ਪੰਜਾਬੀਆਂ ਦੀ ਘੱਟੋ ਘੱਟ 70-80% ਜਿਹੜੀ ਇਕਨੋਮੀ ਆ ਸਾਰੀ ਖੇਤੀਬਾੜੀ ਤੇ ਡਿਪੈਂਡ ਹੈਗੀ ਆ। ਤੇ ਜੇ ਉਹ ਇਹ ਬਿੱਲ ਲਾਗੂ ਕਰ ਦੇਣਗੇ ਤੇ ਉਹਦੇ ਵਿੱਚ ਜੋ ਵੀ ਫਾਈਨੈਂਸ਼ੀਅਲੀ ਪ੍ਰੋਬਲਮਸ ਆਉਣਗੀਆਂ ਘਰਾਂ ਦੇ ਵਿੱਚ ਉਹ ਬਹੁਤ ਹੀ ਵਧਣਗੀਆਂ। ਅਸੀਂ ਤਾਂ ਚਲੋ ਬਾਹਰ ਬੈਠੇ ਆ ਤੇ ਸਪੋਰਟ ਕਰ ਸਕਦੇ ਆ, ਜਿਹੜੇ ਉੱਥੇ ਰਹਿ ਰਹੇ ਆ ਉਹਨਾਂ ਲਈ ਇਹ ਬਹੁਤ ਜ਼ਿਆਦਾ ਪ੍ਰੋਬਲਮ ਹੋਣਗੀਆਂ, ਕਿਉਂਕਿ ਜ਼ਮੀਨਾਂ ਗਾਂ ਦੀ ਗਾਂ ਘਟ ਰਹੀਆਂ ਨੇ, ਫੈਮਲੀਆਂ ਡਿਵਾਈਡ ਹੋ ਰਹੀਆਂ ਨੇ, ਇਸ ਲਈ ਖਰਚੇ ਘਰਾਂ ਦੇ ਵੱਧ ਹੈਗੇ ਆ। ਆਉਣ ਵਾਲੀ ਜਨਰੇਸ਼ਨ ਕੰਮ ਕਰਕੇ ਰਾਜੀ ਨਹੀਂ ਹੈਗੀ ਤੇ ਸਾਨੂੰ ਵੀ ਥੋੜਾ ਜਿਹਾ ਇਹ ਚੀਜ਼ਾਂ ਦੇ ਸੋਚਣਾ ਚਾਹੀਦਾ ਹੈਗਾ ਵਾ। ਆਪਦੇ ਜੋ ਐਕਸਪੈਂਸਿਵ ਆ ਕੰਟਰੋਲ ਕਰਨੇ ਚਾਹੀਦੇ ਹੈਗੇ ਆ। ਤੇ ਬਾਕੀ ਜੋ ਵੀ ਹੈਗਾ ਵਾ ਪੰਜਾਬੀਆਂ ਦਾ ਬੜਾ ਧੰਨਵਾਦ ਹੈਗਾ ਵਾ ਜੋ ਬਾਹਰ ਬੈਠੇ ਆ ਸਪੋਰਟ ਕਰਦੇ ਹੈਗੇ ਆ। ਤੇ ਜਿਹੜਾ ਪੰਜਾਬ ਦੇ ਵਿੱਚ ਐਡਾ ਵੱਡਾ ਅੰਦੋਲਨ ਚੱਲ ਰਿਹਾ ਵਾ, ਜਿੰਨੇ ਜੋਗਾ ਵੀ ਹੈਗਾ ਵਾ ਉੱਥੇ ਕੋਈ ਹਿੱਸਾ ਪਾ ਰਿਹਾ ਵਾ, ਉਹਨਾਂ ਸਾਰੇ ਭੈਣਾਂ ਭਰਾਵਾਂ ਦਾ ਬੜਾ ਧੰਨਵਾਦ ਆ, ਦਿਲੋਂ ਕਰਦਾ ਹੈ। ਜੋ ਵੀ ਜਿਨ੍ਹਾਂ ਨੇ ਕਿਸਾਨਾਂ ਨੇ ਜਾਨ ਗਵਾਈ ਆ ਅੰਦੋਲਨ ਦੇ ਵਿੱਚ ਉਹਨਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੇ ਆ।
ਇੰਨਾ ਕਹਿੰਦਾ ਖਿਮਾ ਦਾ ਜਾਜਕਾ ਜੇ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨ ਮਜ਼ਦੂਰ ਏਕਤਾ। ਅਸੀਂ ਸਾਰੇ ਗਲਾਸਗੋ ਨਿਵਾਸੀ ਪੰਜਾਬੀ ਸਹਿਤ ਸਭਾ ਗਲਾਸਗੋ ਔਰ ਗਲਾਸਗੋ ਦੀਆਂ ਸਾਰੀਆਂ ਬਾਕੀ ਜਿਹੜੀਆਂ ਧਾਰਮਿਕ ਸੰਸਥਾਵਾਂ ਵੱਲੋਂ ਅਸੀਂ ਇੱਥੇ ਐਡਮਿਟ ਅੱਜ ਪ੍ਰੋਟੈਸਟ ਦੇ ਤੌਰ ਤੇ ਜੋ ਕਿ ਇੰਡੀਆ ਵਿੱਚ ਬੰਦ ਹੋ ਰਿਹਾ ਉਹਦੇ ਸਬੰਧ ਵਿੱਚ ਸਾਰੇ ਅਸੀਂ ਇੱਥੇ ਆਏ ਹਾਂ। ਔਰ ਕਿਸਾਨ ਜਿਹੜਾ ਜਿਹਨੂੰ ਕਿ ਅੰਨਦਾਤਾ ਆਖਿਆ ਜਾਂਦਾ, ਸਭ ਤੋਂ ਵੱਧ ਇਸ ਵੇਲੇ ਜਿਹੜਾ ਭੁੱਖਮਰੀ ਨਾਲ ਅੰਨਦਾਤਾ ਮਰ ਰਿਹਾ ਹਿੰਦੁਸਤਾਨ ਦੇ ਵਿੱਚ। ਇੱਥੋਂ ਦੀ ਜਿਹੜੀ ਆ ਦੇ ਚੌਕੀਦਾਰ ਦੇ ਜਿਹੜਾ ਭਾਈਚਾਰਾ ਆ ਉਹ ਉੱਥੋਂ ਕਿਸਾਨਾਂ ਨੂੰ ਨਾ ਤੇ ਨਕਲੀ ਦਵਾਈਆਂ ਦਿੰਦੇ ਆ ਔਰ ਨਕਲੀ ਸੀਡ ਮਿਲਦੇ ਆ। ਕਿਸਾਨ ਖੁਦਕਸ਼ੀ ਤੋਂ ਬਗੈਰ ਹੋਰ ਕੀ ਕਰ ਸਕਦਾ ਉੱਥੇ। ਸੋ ਕੱਲਾ ਇੱਥੇ ਪੰਜਾਬੀ ਭਾਈਚਾਰਾ ਨਹੀਂ, ਸਗੋਂ ਗਲਾਸਗੋ ਦੀ ਸਕਾਟਲੈਂਡ ਦੇ ਸਾਰੇ ਇੱਥੋਂ ਦੇ ਇੰਡੀਜਨਸ ਲੋਕ ਵੀ ਇਸ ਅੰਦੋਲਨ ਨੂੰ ਜਿਹੜਾ ਚੱਲ ਰਿਹਾ ਉਹਨਾਂ ਨੂੰ ਜਿਹੜਾ ਉਹ ਸਪੋਰਟ ਕਰ ਰਹੇ ਆ। ਤੇ ਮੈਂ ਤੇ ਇਹੋ ਹੀ ਆਖੂੰਗਾ ਪੰਜਾਬੀਓ, ਖਾਸ ਕਰਕੇ ਹਿੰਦੁਸਤਾਨੀਆਂ ਨੂੰ ਸਾਰਿਆਂ ਨੂੰ ਔਰ ਖਾਸ ਕਰਕੇ ਪੰਜਾਬੀਆਂ ਨੂੰ ਆਖੂੰਗਾ ਕਿ ਰੋਟੀ ਤੁਹਾਡੀ ਖੋਣ ਨੂੰ ਫਿਰਦਾ ਬਣਿਆ ਗੈਂਗ ਅਡਾਨੀਆਂ ਦਾ। ਉੱਠੋ ਪੰਜਾਬੀਓ, ਤਕੜੇ ਹੋ ਕੇ ਚੁੱਕੋ ਝੰਡਾ ਕਿਸਾਨੀ ਦਾ। ਹੈਲੋ ਦੋਸਤੋ, ਅੱਜ ਅਸੀਂ ਐਡਮਬਰਾ ਸਕਾਟਲੈਂਡ ਦੀ ਰਾਜਧਾਨੀ ਵਿਖੇ ਪਹੁੰਚੇ ਹਾਂ। ਗਲਾਸਗੋ ਤੋਂ ਜਿਹੜੇ ਬਹੁਤ ਸਾਰੇ ਸਾਡੇ ਸਾਥੀ ਆ, ਬਹੁਤ ਸਾਰੀਆਂ ਸੰਗਤਾਂ ਗੁਰਦੁਆਰਾ ਸਾਹਿਬਾਨ ਤੋਂ ਜਾਂ ਵੱਖ-ਵੱਖ ਆਰਗੇਨਾਈਜੇਸ਼ਨਾਂ ਦੇ ਵਿੱਚ ਜਿਹੜੇ ਲੋਕ ਆ ਉਹ ਸਾਰੇ ਸਹਿਯੋਗ ਦੇ ਨਾਲ ਇੱਥੇ ਅਸੀਂ ਪਹੁੰਚੇ। ਉਹਨਾਂ ਦੇ ਸਹਿਯੋਗ ਦੇ ਨਾਲ ਕੋਚ ਲੈ ਕੇ ਆਏ ਆ। ਬਹੁਤ ਸਾਰੇ ਜਿਹੜੇ ਸਾਡੇ ਸਾਥੀ ਆ ਉਹ ਕਾਰਾਂ ਦੇ ਵਿੱਚ ਆਏ ਆ। ਇੰਡੀਆ ਦੇ ਵਿੱਚ ਜਿਹੜਾ ਅੱਜ ਭਾਰਤ ਬੰਦ ਦਾ ਸੰਯੁਕਤ ਮੋਰਚੇ ਵੱਲੋਂ ਸੱਦਾ ਸੀ, ਅਸੀਂ ਉਹਦੀ ਸਪੋਰਟ ਦੇ ਵਿੱਚ, ਉਹਦੇ ਸਮਰਥਨ ਦੇ ਵਿੱਚ ਕਿ ਜਿਹੜੇ ਲੋਕ ਉੱਥੇ ਸਾਡੇ ਦਿਨ ਰਾਤ ਡਟੇ ਆ ਉਹਨਾਂ ਦੀ ਕਿ ਅਸੀਂ ਬਾਹਰ ਬੈਠੇ ਜਿਹੜੇ ਸਕਾਟਲੈਂਡ ਸ਼ੁਰੂ ਤੋਂ ਹੀ ਅਸੀਂ ਉਹਨਾਂ ਦੇ ਨਾਲ ਆ, ਹੁਣ ਵੀ ਅਸੀਂ ਉਹਨਾਂ ਦੇ ਨਾਲ ਆ। ਉਹਨਾਂ ਦੀ ਸਪੋਰਟ ਦੇ ਲਈ ਅੱਜ ਅਸੀਂ ਇੰਡੀਅਨ ਹਾਈ ਕਮਿਸ਼ਨਰ ਦੇ ਬਾਹਰ ਐਡਮਬਰਾ ਸਕਾਟਲੈਂਡ ਦੀ ਰਾਜਧਾਨੀ ਵਿਖੇ ਪਹੁੰਚੇ ਹਾਂ। ਤੇ ਜਿਹੜਾ ਤੁਸੀਂ ਇੱਥੇ ਦਾ ਮਾਹੌਲ ਆ ਉਹ ਤੁਸੀਂ ਦੇਖ ਰਹੇ ਆ ਕਿ ਬਹੁਤ ਵਧੀਆ ਆ, ਬਹੁਤ ਜੋਸ਼ ਦੇ ਵਿੱਚ ਨੇ ਲੋਕ। ਕੋਵਿਡ ਤੋਂ ਬਾਅਦ ਸਾਡਾ ਇਹ ਪਹਿਲਾ ਆਊਟਸਾਈਡ ਜਿਹੜਾ ਖੁੱਲ੍ਹੇ ਓਪਨ ਪ੍ਰੋਟੈਸਟ ਆ। ਆਉਣ ਵਾਲੇ ਦਿਨਾਂ ਵਿੱਚ ਜਿਹੜੇ ਵੀ ਪੰਜਾਬ ਤੋਂ ਸਾਨੂੰ ਸੱਦੇ ਆਉਣਗੇ ਜਾਂ ਇੰਡੀਆ ਤੋਂ ਕਿਸਾਨ ਯੂਨੀਅਨ ਕਿਸਾਨ ਮੋਰਚੇ ਵਾਲੇ ਕੋਈ ਵੀ ਐਕਸ਼ਨ ਕਰਨਗੇ, ਅਸੀਂ ਪੂਰੇ ਆਪਣੇ ਇੱਥੇ ਦੀ ਜਿਹੜੀ ਗਲਾਸਗੋ ਦੀ ਸਕਾਟਲੈਂਡ ਦੀ ਕਮਿਊਨਿਟੀ ਆ ਉਹਨਾਂ ਵੱਲੋਂ ਪੂਰਾ ਸਹਿਯੋਗ ਉਹਨਾਂ ਦਾ ਕਰਾਂਗੇ। ਤੇ ਇੰਨਾ ਕਹਿੰਦਾ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਅੱਜ ਸਾਡੇ ਸਾਥੀ ਇੱਥੇ ਪਹੁੰਚੇ ਆ ਸਾਡੇ ਬਹੁਤ ਸ਼ਾਰਟ ਨੋਟਿਸ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਸਾਰੇ ਸੱਜਣ ਮਿੱਤਰ ਇੱਥੇ ਗਲਾਸਗੋ ਤੋਂ ਮਦਰਬੈਲ ਤੋਂ ਸਾਰੇ ਇਕੱਠੇ ਹੋ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦਾ ਸਮਰਥਨ ਕਰਨ ਲਈ ਪਹੁੰਚੇ ਆ। ਅਸੀਂ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੋ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਨਿਮਰਤਾ ਦੇ ਨਾਲ ਕਿ ਇਹ ਕਾਲੇ ਕਾਨੂੰਨਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆ ਜਾਵੇ। ਅਸੀਂ ਆਲਰੇਡੀ ਬਹੁਤ ਵੱਡਾ ਨੁਕਸਾਨ ਝੱਲ ਚੁੱਕੇ ਹਾਂ, 700 ਤੋਂ ਜ਼ਿਆਦਾ ਕਿਸਾਨ ਸਾਡੇ ਸ਼ਹੀਦ ਹੋ ਚੁੱਕੇ ਉੱਥੇ ਤੇ ਬੜੇ ਬੁਰੇ ਹਾਲਾਤਾਂ ਦੇ ਵਿੱਚੋਂ ਵੀ ਰਹੇ ਆ। ਮੀਂਹਾਂ ਦੇ ਵਿੱਚ ਹੁਣ ਮੂਹਰੇ ਠੰਡ ਆ ਰਹੀ ਆ। ਅਸੀਂ ਵਾਰ-ਵਾਰ ਇੱਕੋ ਹੀ ਬੇਨਤੀ ਕਰਦੇ ਕਿ ਕਾਨੂੰਨਾਂ ਨੂੰ ਛੇਤੀ ਤੋਂ ਛੇਤੀ ਵਾਪਸ ਲਿਆ ਜਾਵੇ ਤੇ ਸਾਰੇ ਕਿਸਾਨ ਜੋ ਬੀਬੀਆਂ ਬੱਚੇ ਬਜ਼ੁਰਗ ਉੱਥੇ ਬੈਠੇ ਆ ਛੇਤੀ ਤੋਂ ਛੇਤੀ ਆਪਣੇ ਘਰਾਂ ਨੂੰ ਜਾਣ ਤੇ ਆਪਣੇ ਘਰਾਂ 'ਚ ਸੁੱਖ ਦੀ ਜ਼ਿੰਦਗੀ ਬਤੀਤ ਕਰਨ ਤੇ ਆਉਣ ਵਾਲੇ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਸੰਭਲ ਸਕੇ ਕਿਉਂਕਿ ਗੌਰਮੈਂਟ ਦਾ ਪੂਰਾ ਜ਼ੋਰ ਲੱਗਾ ਆ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹਥਿਆਉਣ ਤੇ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ਸਸਤੇ ਭਾਅ 'ਤੇ ਵੇਚਣ ਤੇ ਅਸੀਂ ਬਾਰ-ਬਾਰ ਇਹੀ ਬੇਨਤੀ ਕਰਦੇ ਹਾਂ ਕਿ ਜੇ ਕਾਰਪੋਰੇਟ ਘਰਾਣਿਆਂ ਦੇ ਮਗਰ ਲੱਗ ਕੇ ਹਾਲੇ ਵੀ ਕੁਝ ਨਹੀਂ ਵਿਗੜਿਆ, ਮੋਦੀ ਸਰਕਾਰ ਆਪਣੇ ਕਾਨੂੰਨ ਵਾਪਸ ਲਵੇ। ਬਸ ਇੰਨੀ ਕਹਿੰਦੇ ਹੋਏ ਕਿ ਮਾਤਾ ਜਾਤਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਡੀਆ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਗਰ ਤੁਸੀਂ ਮੁਲਕ ਬਚਾਉਣਾ ਆ, ਗਿਰਵੀ ਰੱਖਿਆ ਹੋਇਆ ਤਾਂ ਤੁਹਾਨੂੰ ਇੱਕ ਸਾਥ ਹੋ ਕੇ ਇਸ ਗੌਰਮੈਂਟ ਦੇ ਨਾਲ ਲੜਨਾ ਪਏਗਾ ਔਰ ਆਪਣੇ ਆਪ ਨੂੰ ਬਚਾਉਣਾ ਪਏਗਾ। ਅਗਰ ਤੁਸੀਂ ਨਾ ਨਿਕਲੇ ਤਾਂ ਇਹ ਦੂਰ ਨਹੀਂ ਜਿੱਦਣ ਮੁੜ ਕੇ ਤੁਸੀਂ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਫਿਰ ਵਿਖੜੇ ਜਾਓਗੇ। ਬਾਬਾ ਸਾਹਿਬ ਅਮਰੀਕਾ ਨੇ ਇੱਕ ਲਫ਼ਜ਼ ਕਿਹਾ ਸੀ ਕਿ ਮੈਂ ਵਿਧਾਨ ਤਾਂ ਜ਼ਰੂਰ ਬਣਾ ਚੱਲਿਆ, ਅਗਰ ਗਲਤ ਲੀਡਰਾਂ ਦੇ ਹੱਥੇ ਚਲਾ ਗਿਆ ਤੇ ਮੁੜ ਕੇ ਗੁਲਾਮ ਮੁੜ ਕੇ ਹੋ ਜਾਏਗਾ। ਕੋਈ ਵੀ ਇਹਨੂੰ ਮੁੜ ਕੇ ਆਜ਼ਾਦ ਨਹੀਂ ਕਰਾ ਸਕਦਾ ਕਿ ਉਹ ਜਿਹੜੇ ਆਜ਼ਾਦੀ ਘੁਲਾਟੀ ਸਨ ਉਹ ਸਾਨੂੰ ਆਜ਼ਾਦੀ ਤਾਂ ਦੇ ਗਏ ਪਰ ਉਹਨਾਂ ਦਾ ਸੁਪਨਾ ਉਹ ਜਿਹੜਾ ਸੀ ਉਹ ਅਸੀਂ ਪੂਰਾ ਨਹੀਂ ਕਰ ਸਕੇ। ਅਸੀਂ ਉਹਨਾਂ ਲੋਕਾਂ ਨੂੰ ਮੂਹਰੇ ਅੱਗੇ ਲਾਏ ਜੋ ਕਿ ਚੋਰ ਹਨ ਔਰ ਜਾਤ ਪਾਤ ਵਧਾ ਕੇ ਆਪਣੀਆਂ ਰੋਟੀਆਂ ਸੇਕ ਰਹੇ ਹਨ ਤੇ ਆਪਣੀਆਂ ਗੱਦੀਆਂ ਤੇ ਅੱਜ ਇੱਕ ਇਤਿਹਾਸਿਕ ਦਿਨ ਵੀ ਹੈ ਅੱਜ ਭਗਤ ਸਿੰਘ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਵੀ ਹੈ ਔਰ ਦੂਸਰਾ ਅਸੀਂ ਸਭ ਤੋਂ ਪਹਿਲਾਂ ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਹੜੇ ਸਾਡੇ 600 ਤੋਂ ਉੱਤੇ ਕਿਸਾਨ ਮੋਰਚੇ ਉੱਤੇ ਆਪਣਾ ਡਿਊਟੀ ਦਿੰਦੇ ਹੋਏ ਆਪਣੇ ਜਵਾਨਾਂ ਗਵਾ ਚੁੱਕੇ ਹਨ। ਅਸੀਂ ਸਕਾਟਲੈਂਡ ਵੱਲੋਂ UK ਵੱਲੋਂ ਤਾਂ ਸਾਰੀ ਦੁਨੀਆ ਦੇ ਪ੍ਰਵਾਸੀਆਂ ਵੱਲੋਂ ਅਸੀਂ ਇਕੱਠੀ ਸ਼ਰਧਾਂਜਲੀ
ਪੇਸ਼ ਕਰਦੇ ਆ ਉਹਨਾਂ ਸ਼ਹੀਦਾਂ ਨੂੰ ਜਿਹੜੇ ਉੱਥੇ ਬੈਠ ਕੇ ਆਪਣੀ ਜਾਨ ਗਵਾ ਬੈਠੇ ਆ। ਸਾਡਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਜਿੰਨਾ ਚਿਰ ਅਸੀਂ ਇਹ ਤਿੰਨੇ ਕਾਨੂੰਨ ਵਾਪਸ ਨਹੀਂ ਦਵਾ ਲੈਂਦੇ ਮੋਦੀ ਤੋਂ। ਮੋਦੀ ਜਿਹੜੇ ਕਾਰਪੋਰੇਟਾਂ ਦੀ ਪਾਕਟ ਦੇ ਵਿੱਚ ਵੜ ਚੁੱਕਾ ਤੇ ਸਾਰਾ ਮਤਲਬ ਹੌਲੀ ਹੌਲੀ ਸਭ ਕੁਝ ਪ੍ਰਾਈਵੇਟ ਕੀਤਾ ਜਾ ਰਿਹਾ, ਮੁਲਕ ਨੂੰ ਗਿਰਵੀ ਰੱਖਿਆ ਜਾ ਰਿਹਾ। ਸਾਡੀ ਲੜਾਈ ਜਿਹਨਾਂ 'ਚ ਅਸੀਂ ਇਹ ਸਾਰੀਆਂ ਜਾਤ ਪਾਤ ਤੇ ਹੋਰ ਭੰਬਲ ਭੂਸਾ 'ਚ ਨਿਕਲ ਨਹੀਂ ਜਾਂਦੇ। ਸਾਡੀ ਜਿਹੜੀ ਲੜਾਈ ਹੈ लगातार इस सिस्टम के खिलाफ जारी रहेगी। आज भारत बंद है और हम लोग सब यहाँ एडिनबरा में जमा हैं फार्मर्स के साथ और स्कॉटिश इंडियंस फॉर जस्टिस, कम्युनिस्ट पार्टी और अदर दूसरे ऑर्गेनाइजेशंस के साथ हम लोग यहाँ हैं किसान के साथ सॉलिडारिटी के लिए, उनकी जंग में साथ। ਸਤਿ ਸ਼੍ਰੀ ਅਕਾਲ ਜੀ। ਅੱਜ 1 ਸਾਲ ਹੋ ਗਿਆ ਸਾਡੇ ਕਿਸਾਨਾਂ ਨੂੰ ਬਾਰਡਰ ਤੇ ਜਾ ਕੇ ਆਪਣੀ ਜਾਨ ਹਥੇਲੀ ਤੇ ਰੱਖ ਕੇ ਉੱਥੇ ਬੈਠੇ ਆ। ਸਾਰੀ ਆਪਣੀਆਂ ਫੈਮਲੀਆਂ ਆਪਣੇ ਕੰਮ ਛੱਡ ਕੇ ਬੈਠੇ ਆ। ਅਸੀਂ ਉਹਨਾਂ ਦੇ ਸਾਥ ਆ। ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਡਟ ਕੇ ਰਹੋ। ਅਸੀਂ ਤੁਹਾਡੀ ਸਪੋਰਟ ਲਈ ਅਸੀਂ ਇੱਥੇ ਆ। ਅਸੀਂ ਸਕਾਟਲੈਂਡ ਐਡਿਨਬਰਾ ਇੰਡੀਅਨ ਕਾਉਂਸਲ ਦੇ ਅੱਗੇ ਆ ਕੇ ਇਸ ਕਰਕੇ ਆਏ ਆ ਕਿ ਤੁਹਾਡੀ ਸਪੋਰਟ ਅਸੀਂ ਪੂਰੀ ਵਰਲਡ ਨੂੰ ਦਿਖਾ ਸਕੇ ਕਿ ਅਸੀਂ ਤੁਹਾਡੇ ਬਿਲਕੁਲ ਨਾਲ ਹੈ। फार्मर्स ने प्रोटेस्ट किए हुए हैं गवर्नमेंट को अपनी बात रखने के लिए, उनको सुनवाने के लिए, लेकिन गवर्नमेंट सुन नहीं रही है। तो हम लोग उनके साथ खड़े हैं, भले हम इंडिया में नहीं हैं, हम दुनिया में जहाँ भी हैं हम सारे इंडियंस फार्मर्स के साथ हैं कि आप लगे रहो अपने प्रोटेस्ट के लिए, हम बिल्कुल आपके साथ हैं। गवर्नमेंट को आपकी बात सुननी चाहिए और 70% इंडियन फार्मर्स ही हैं और अगर हम लोगों को ये रूल्स जो हैं वो सही नहीं लग रहे हैं तो गवर्नमेंट ने हमसे बात करनी चाहिए, हमसे डिस्कशंस करने चाहिए और उसी के बाद लागू करना चाहिए क्योंकि ये लॉज हमारे लिए बने, फार्मर्स के लिए बने हैं। अगर फार्मर्स उसके साथ सहमति नहीं रखते तो कुछ ना कुछ तो बात होगी कि 1 साल से अपना घर परिवार सब छोड़ के वहाँ बैठे हैं भूखे, मतलब जैसे भी डिफ़िकल्टीज झेल रहे हैं। तो एटलीस्ट गवर्नमेंट ने इतना तो करना चाहिए कि हमारी बात सुने, हमसे डिस्कस करें और जो रूल्स हमारे लिए बने हैं वो हमारे लिए हमको कंफर्टेबल होने चाहिए, तभी वो उसको अप्लाई करें। इसी के लिए हम सपोर्ट करें फार्मर्स के लिए। हमने यही पढ़ा है कि इंडिया एग्रीकल्चरल कंट्री है, तो यहाँ पे 75% जो है फार्मर्स हैं। तो हमें अगर कोई भी रूल लाए तो वो फार्मर्स के फॉर होने चाहिए, ना कि अगेंस्ट होने चाहिए। एंड टुडे हम लोग यहाँ पे इकट्ठा हुए हैं उनको सपोर्ट के लिए। भारत मैं अपने ਅਸੀਂ ਕਮਿਊਨਿਟੀ ਸਕਾਟਲੈਂਡ ਵੱਲੋਂ ਆਏ ਹੈਗੇ ਆ ਆਪਣੇ ਗਲਾਸਗੋ ਤੋਂ ਚੱਲ ਕੇ ਅੱਜ ਐਡਿਨਬਰਾ ਆਪਣੇ ਅਸੀਂ ਮੁੰਡਿਆਂ ਦਾ ਮੁੰਡਾ ਲਾ ਕੇ ਆਪਣੇ ਭਰਾਵਾਂ ਭੈਣਾਂ ਨਾਲ ਖੜੇ ਹੈਗੇ ਜਿਨ੍ਹਾਂ ਦੇ ਹੱਕ ਮੋਦੀ ਨੇ ਇਸ ਵੇਲੇ ਛੀਨੇ ਹੈਗੇ ਆ। ਇਹ ਡੈਮੋਕ੍ਰੇਸੀ ਨਹੀਂ ਹੈਗੀ, ਇਹ ਧੱਕਾਸ਼ਾਹੀ ਹੈਗੀ ਆ ਔਰ ਮੋਦੀ ਨੂੰ ਅਸੀਂ ਇਹ ਮੈਸੇਜ ਭੇਜਣਾ ਚਾਹੁੰਦੇ ਹਾਂ ਕਿ ਧੱਕਾਸ਼ਾਹੀ ਛੱਡ ਦੇ ਔਰ ਜਿਹੜੇ ਕਿ ਸਾਡੇ ਕਿਸਾਨਾਂ ਦੇ ਹੱਕ ਹੈਗੇ ਉਹਨਾਂ ਨੂੰ ਵਾਪਸ ਦਿੱਤੇ ਜਾਣ। ਸੋ ਮੈਂ ਇੰਗਲਿਸ਼ ਵਿੱਚ 2 ਲਫ਼ਜ਼ ਬੋਲੂੰਗਾ। ਵੀ ਆਰ ਫਰਮ ਦ ਗੁਰਦਾਸ ਕਮਿਊਨਿਟੀ ਸਕਾਟਲੈਂਡ। We are today standing shoulder to shoulder with our brothers and sisters in India. We are protesting peacefully against the Indian government here in Edinburgh to protect the farmers and their rights, which have been forced upon by the Indian government. This, as we have said, is not democracy. This is hooliganism. Modi's government is nothing more than a bullying mafia. Thank you. ਅੱਜ ਭਾਰਤ ਬੰਦ ਦੇ ਅਸੀਂ ਸਾਰੇ ਇੱਥੇ ਸਕਾਟਲੈਂਡ ਦੇ ਰਾਜਧਾਨੀ ਐਡਿਨਬਰਾ ਵਿੱਚ ਉਹਨਾਂ ਕਿਸਾਨ ਵੀਰਾਂ ਦੇ ਅੰਦੋਲਨ ਦੇ ਸਮਰਥਕ ਹਾਂ ਸਾਰੇ, ਤੇ ਉਹਨਾਂ ਦੇ ਬੰਦ ਦੀ ਅੱਜ ਅਸੀਂ ਪੂਰੀ ਸਪੋਰਟ ਕਰਦੇ ਹਾਂ। ਅੱਜ ਦੁਨੀਆ ਦੇ ਹਰ ਕੋਨੇ ਤੇ ਮਜ਼ਦੂਰ ਕਿਸਾਨ ਭਰਾ ਸਾਰੇ ਉਹਨਾਂ ਦੇ ਨਾਲ ਆ। ਇਹ ਮੋਰਚੇ ਨੇ ਅੱਜ ਸਾਡੇ ਸਾਰੇ ਵਰਲਡ ਨੂੰ ਇੱਕ ਛੋਟੀ ਇਕਾਈ ਬਣਾ ਕੇ ਰੱਖ ਦਿੱਤਾ ਹੈ। ਇਹ ਇੱਕ ਬਹੁਤ ਇਤਿਹਾਸ ਦੀ ਬਹੁਤ ਵੱਡੀ ਘਟਨਾ ਆ। ਅੱਜ ਦੇ ਦਿਨ ਇੱਕ ਮਹਾਨ ਸਪੂਤ ਇੰਡੀਆ 'ਚ ਜਨਮ ਲਿਆ ਸੀ ਜਿਸ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਾਤਾ ਸੀ। ਅੱਜ ਦੇ ਦਿਨ ਅਸੀਂ ਸਾਰੇ ਪ੍ਰਣ ਕਰਦੇ ਹਾਂ ਅਸੀਂ ਇਹ ਗੌਰਮੈਂਟ ਤੋਂ ਕਾਨੂੰਨ ਰੱਦ ਕਰਾ ਕੇ ਰਵਾਂਗੇ ਤੇ ਉੱਥੇ ਉਹ ਸਾਡੇ ਕਿਸਾਨ ਨੇਤਾ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਲੋਕਾਂ ਨੂੰ ਇੱਕ ਫਿਰਕਾ ਪ੍ਰਸਤੀ ਲੋਕਾਂ ਦੇ ਵਿਰੁੱਧ ਲਾਮਬੰਦ ਕੀਤਾ ਤੇ ਅਸੀਂ ਉਹਨਾਂ ਚਿਰ ਉਹਨਾਂ ਦੇ ਨਾਲ ਆ। ਇਹ ਮੋਰਚਾ ਕਦੋਂ ਖਤਮ ਹੋਣਾ
ਇਹ ਗਵਰਨਮੈਂਟ ਦੇ ਹੱਥ ਵਿੱਚ ਹੈ, ਪਰ ਇੱਕ ਲੋਕਾਂ ਨੂੰ ਬਹੁਤ ਸੁਨਹਿਰੀ ਮੌਕਾ ਦੇ ਦਿੱਤਾ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ। ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇਹ ਪ੍ਰਣ ਕਰਦੇ ਹਾਂ ਵੀਰੋ, 700 ਤੋਂ ਜ਼ਿਆਦਾ ਸਾਡੇ ਕਿਸਾਨ ਸ਼ਹੀਦ ਹੋ ਗਏ ਹਨ। ਉਹਨਾਂ ਸ਼ਹੀਦਾਂ ਦਾ ਅਸੀਂ ਕਰਜ਼ ਨਹੀਂ ਉਤਾਰ ਸਕਦੇ, ਪਰ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਇੱਕ ਕਿਸਾਨ ਰੱਦ ਕਰਾ ਕੇ ਗਿਫਟ ਦੇਣਾ ਚਾਹੁੰਦੇ ਹਾਂ ਵੀ ਜ਼ਾਲਮ ਸਰਕਾਰ ਨੇ ਇਹ ਜੋ ਕਾਨੂੰਨ ਬਣਾਏ ਸੀ ਤੁਹਾਡੇ ਵੱਡਿਆਂ ਨੇ, ਇਹਨਾਂ ਲਈ ਇੰਨਾ ਸੰਘਰਸ਼ ਲੜਨਾ ਪਿਆ ਜੋ 1 ਸਾਲ ਤੋਂ ਉੱਪਰਲਾ ਟਾਈਮ ਹੋ ਗਿਆ ਆ, ਪਰ ਅਸੀਂ ਹਜੇ ਵੀ ਸੰਘਰਸ਼ ਜਾਰੀ ਆ ਤੇ ਇਹ ਜਾਰੀ ਰਹੂਗਾ। ਜੈ ਜਵਾਨ ਜੈ ਕਿਸਾਨ। ਕਮਿਸ਼ਨ ਸੈਟੀ ਵੱਲੋਂ ਅੱਜ ਦੇ ਇਸ ਮੋਰਚੇ ਦੇ ਵਿੱਚ ਅਸੀਂ ਬਹੁਤ ਪੂਰੀ ਤਰ੍ਹਾਂ ਸਹਿਮਤ ਹਾਂ। ਜੋ ਵੀ ਸਰਕਾਰ ਨੇ ਕਾਨੂੰਨ ਬਣਾਏ ਹਨ ਫਾਰਮਰਸ ਖੇਤੀ ਕਾਨੂੰਨਾਂ ਦੇ ਖਿਲਾਫ, ਸਿਰਫ ਅਸੀਂ ਨਹੀਂ ਪੂਰਾ ਦੇਸ਼ ਔਰ ਵਿਦੇਸ਼ ਜਿੱਥੇ ਜਿੱਥੇ ਵੀ ਭਾਰਤ ਵਾਸੀ ਔਰ ਖਾਸ ਤੌਰ ਤੇ ਜਿਨ੍ਹਾਂ ਦਾ ਵੀ ਸੰਬੰਧ ਖੇਤੀਬਾੜੀ ਦੇ ਨਾਲ ਹੈ ਜਾਂ ਪਿੰਡਾਂ ਦੇ ਨਾਲ ਹੈ, ਉਹ ਪ੍ਰਭਾਵਿਤ ਹੋ ਰਹੇ ਹਨ। ਪੂਰਾ ਦੇਸ਼ ਇਸ ਤੋਂ ਪ੍ਰਭਾਵਿਤ ਹੋ ਰਿਹਾ ਹੈ। ਪੂਰੀ ਹਿਸਟਰੀ ਦੇ ਵਿੱਚ ਐਡਾ ਵੱਡਾ ਕਦੀ ਵੀ ਇਹ ਕੋਈ ਜਿਹੜਾ ਸੀ ਮੋਰਚਾ ਨਹੀਂ ਲੱਗਾ ਔਰ ਸਾਡੀ ਇਹ ਇੱਕ ਤਰ੍ਹਾਂ ਕੀ ਪੂਰੇ ਦੇਸ਼ ਦੀ ਬੇਇੱਜ਼ਤੀ ਹੋ ਰਹੀ ਹੈ। ਪੂਰੇ ਦੁਨੀਆ ਜਿਹੜਾ ਬਹੁਤ ਮਖੌਲ ਕਰ ਰਿਹਾ ਹੈ ਕਿ ਦੇਖੋ ਇੰਡੀਆ ਦਾ ਕਿਹੋ ਜਿਹੀ ਸਰਕਾਰ ਹੈ ਜਿਹੜੀ ਉੱਥੇ ਦੇ ਲੋਕਾਂ ਦੀ ਗੱਲ ਨਹੀਂ ਮੰਨਦੀ। ਸੋ ਅੱਜ ਜਿੰਨਾ ਚਿਰ ਵੀ ਇਹ ਜਿਹੜਾ ਮੋਰਚਾ ਚੱਲਦਾ ਰਹੂਗਾ, ਅਸੀਂ ਸਾਰੇ ਇਸ ਮੋਰਚੇ ਦੇ ਨਾਲ ਸਹਿਮਤ ਹਾਂ ਔਰ ਅਸੀਂ ਭਾਰਤੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਜਿਹੜੇ ਕਾਲੇ ਕਾਨੂੰਨ ਹਨ, ਸਿਰਫ ਇਹ ਖੇਤੀਬਾੜੀ ਦੇ ਕਾਨੂੰਨ ਹੀ ਨਹੀਂ, ਇਸ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਮਜ਼ਦੂਰਾਂ ਦੇ ਖਿਲਾਫ ਕਾਨੂੰਨ ਬਣਾਏ ਹਨ, ਉਹ ਵੀ ਵਾਪਸ ਕੀਤੇ ਜਾਣ। ਅੱਜ ਤੋਂ 70 ਸਾਲ ਪਹਿਲਾਂ ਜਦੋਂ ਦੇਸ਼ ਦਾ ਸੰਵਿਧਾਨ ਬਣਿਆ ਸੀ ਤਾਂ ਡਾਕਟਰ ਅੰਬੇਡਕਰ ਨੇ, ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਜੇਕਰ ਸਾਡੇ ਦੇਸ਼ ਦੇ ਹੁਕਮਰਾਨ ਚੰਗੇ ਹੋਣਗੇ, ਜੇਕਰ ਸਾਡੇ ਹੁਕਮਰਾਨ ਜਿਹੜੇ ਆ ਚੰਗੇ ਹੋਣਗੇ ਤਾਂ ਉਹ ਬਹੁਤ ਵਧੀਆ ਦੇਸ਼ ਨੂੰ ਚਲਾਉਣਗੇ। ਪਰ ਸਾਡੇ ਦੇਸ਼ ਦੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਲੋਕ, ਇੱਦਾਂ ਦੇ ਲੋਕ ਅੱਗੇ ਭੇਜ ਦਿੱਤੇ ਜਿਨ੍ਹਾਂ ਨੇ ਜੋ ਰਹਿੰਦੀ ਖੁੰਦੀ ਵੀ ਕਸਰ ਸੀ ਪੂਰੀ ਕਰ ਦਿੱਤੀ। ਜੋ ਪਿਛਲੇ 70 ਸਾਲ ਦੇ ਵਿੱਚ ਪਹਿਲੀਆਂ ਸਰਕਾਰਾਂ ਨੇ ਦੇਸ਼ ਨੂੰ ਮਜ਼ਬੂਤ ਕਰਨ ਦੇ ਵਾਸਤੇ ਬਹੁਤ ਸਾਰੇ ਅੱਛੇ ਕਾਨੂੰਨ ਬਣਾਏ ਸਨ, ਉਹ ਸਾਰੇ ਉਹ ਰੱਦ ਕਰ ਦਿੱਤੇ ਹਨ। ਸੋ ਅੱਜ ਲੋੜ ਹੈ ਕਿ ਉਹ ਜਿਹੜੀ ਹੈਗੀ ਇਹ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਨੂੰ ਵਾਪਸ ਭੇਜਿਆ ਜਾਵੇ ਔਰ ਮੈਂ ਉਹਨਾਂ ਕਿਸਾਨਾਂ ਨੂੰ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਇਹਨਾਂ ਦੀ ਖਾਤਰ ਸੈਂਕੜੇ ਆਪਣੀਆਂ ਜਾਨਾਂ ਦਿੱਤੀਆਂ ਹਨ। ਔਰ ਅੱਜ ਭਗਤ ਸਿੰਘ ਦਾ ਵੀ ਜਨਮ ਦਿਨ ਹੈ, ਮੈਂ ਉਹਨਾਂ ਨੂੰ ਵੀ ਸਲੂਟ ਕਰਦਾ ਹਾਂ ਜਿਨ੍ਹਾਂ ਦੀ ਆਜ਼ਾਦੀ, ਜਿਨ੍ਹਾਂ ਦੀ ਕੁਰਬਾਨੀ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ। ਅੱਜ ਅਸੀਂ ਇੱਥੇ ਕਿਸਾਨ ਭਰਾ ਜੋ ਬੜਾ ਵੱਡਾ ਸੰਘਰਸ਼ ਵਿੱਢ ਕੇ ਬੈਠੇ ਹਨ ਔਰ ਜੋ ਕਿ ਉਹਨਾਂ ਦੀ ਇੱਜ਼ਤ ਦਾ ਸਵਾਲ ਹੈ ਔਰ ਉਹਨਾਂ ਦੇ ਸਾਰੇ ਹੀ ਪਰਿਵਾਰਾਂ ਦਾ ਸਵਾਲ ਹੈ। ਉਹਨਾਂ ਵਾਸਤੇ ਅਸੀਂ ਉਹਨਾਂ ਦੇ ਹੱਕ ਵਿੱਚ ਗਲਾਸਗੋ ਤੋਂ ਇਕੱਠੇ ਹੋ ਕੇ ਸਾਰੇ ਹੀ ਕਮਿਊਨਿਟੀ ਦੇ ਵਿੱਚੋਂ ਉਹਨਾਂ ਦੀ ਸਪੋਰਟ ਕਰਨ ਵਾਸਤੇ ਆਏ ਹਾਂ। ਕਿਹਾ ਜਾਂਦਾ ਹੈ, ਬੜੇ ਹੀ ਹਰ ਸੋਚਦੇ ਹਾਂ, ਅਸੀਂ ਸੁਣਦੇ ਹਾਂ ਕਿ ਇੰਡੀਆ ਇੱਕ ਬਹੁਤ ਵੱਡੀ ਡੈਮੋਕ੍ਰੈਟਿਕ ਕੰਟਰੀ ਹੈ। ਡੈਮੋਕ੍ਰੇਸੀ ਇਬਰਾਹਿਮ ਲਿੰਕਨ ਨੇ ਜੋ ਡੈਫੀਨੇਸ਼ਨ ਦਿੱਤੀ ਸੀ, ਲੇਟ ਪ੍ਰੈਜ਼ੀਡੈਂਟ ਆਫ ਅਮਰੀਕਾ ਨੇ, ਡੈਮੋਕ੍ਰੇਸੀ ਇਜ਼ ਫਾਰ ਦਾ ਪੀਪਲ, ਆਫ ਦਾ ਪੀਪਲ ਐਂਡ ਬਾਈ ਦਾ ਪੀਪਲ। ਡੈਮੋਕ੍ਰੇਸੀ ਉਹੀ ਹੈ ਪਰ 3 ਲਫ਼ਜ਼ ਬਦਲੇ ਗਏ ਹਨ। ਡੈਮੋਕ੍ਰੇਸੀ ਫਾਰ ਦਾ ਪੀਪਲ, ਉਹਨਾਂ ਨੇ FOR ਫਾਰ ਬਦਲਿਆ ਸੀ ਐਂਡ ਹੁਣ ਕੀ ਮਤਲਬ ਚੱਲ ਰਿਹਾ ਹੈ ਫਾਰ, FAR, ਫਾਰ ਮੀਨਸ ਟੂ ਫਾਰ ਅਵੇ ਫਰੋਮ ਦਾ ਪਬਲਿਕ। ਆਫ ਦਾ ਪੀਪਲ ਉਹਨਾਂ ਨੇ OF ਲਿਆ ਸੀ, ਲੋਕਾਂ ਵਾਸਤੇ, ਲੋਕਾਂ ਦੀ, ਲੋਕਾਂ ਲਈ। ਅੱਜ ਜੋ ਉਹ ਆਫ ਹੈ ਉਹ OFF ਦੇ ਵਿੱਚ ਬਦਲ ਗਿਆ ਹੈ। ਲੋਕਾਂ ਨੂੰ ਧੱਕਣਾ, ਪਰੇ ਕਰਨਾ, ਉਹਨਾਂ ਦੀ ਬੇਇੱਜ਼ਤੀ ਕਰਨੀ। ਫॉर द पीपल, ऑफ द पीपल एंड बाय द पीपल, बाय BY, बाय। ਅੱਜ ਕੀ ਹੋ ਰਿਹਾ BUY। ਅੱਜ ਡੈਮੋਕ੍ਰੇਸੀ ਖਰੀਦੀ ਜਾ ਰਹੀ ਹੈ, ਕਿਸੇ ਵੀ ਤਰੀਕੇ ਨਾਲ ਉਸ ਨੂੰ ਭੰਨਤੋੜ ਕੀਤਾ ਜਾ ਰਿਹਾ ਹੈ। ਡੈਮੋਕ੍ਰੇਸੀ ਦਾ ਕੋਈ ਵੀ ਜਿਹੜਾ ਨਿਸ਼ਾਨ ਉੱਥੇ ਨਹੀਂ ਰਹਿ ਗਿਆ। ਹਰ ਇੱਕ ਵਰਗ ਉੱਥੇ ਦੁਖੀ ਹੈ, ਕਿਸਾਨ, ਮਜ਼ਦੂਰ, ਜ਼ਿਮੀਂਦਾਰ, ਹਰ ਰੋਜ਼ ਕੰਮ ਕਰਨ ਵਾਲੇ ਦਿਹਾੜੀਦਾਰ, ਵਰਕਰ, ਸਭ ਹੀ ਦੁਖੀ ਹਨ।
ਸੋ ਜੇ ਗਵਰਨਮੈਂਟ ਨੂੰ ਅੱਛਾ ਉਹਨਾਂ ਦੀ ਪਲਾਨਿੰਗ ਹੋਵੇ, ਅੱਛੇ ਤਰੀਕੇ ਨਾਲ ਕੰਮ ਕਰਨ ਤਾਂ ਸਾਰੇ ਹੀ ਖੁਸ਼ ਹੋ ਸਕਦੇ ਹਨ, ਸਾਰਿਆਂ ਦੀ ਬੈਟਰਮੈਂਟ ਹੋ ਸਕਦੀ ਹੈ। ਕਿਸੇ ਇੱਕ ਵਰਗ ਨੂੰ ਤੁਸੀਂ ਉੱਪਰ ਨਾ ਚੱਕੋ, ਕਿਸੇ ਇੱਕ ਗਰੁੱਪ ਨੂੰ, ਕਿਸੇ ਇੱਕ ਫੈਮਿਲੀ ਨੂੰ ਤੁਸੀਂ ਉੱਪਰ ਨਾ ਚੱਕੋ, ਉਸ ਨੂੰ ਹੀ ਅਰਬਾਂਪਤੀ ਖਰਬਾਂਪਤੀ ਬਣਾਈ ਜਾਓ। ਗਰੀਬਾਂ ਵਾਸਤੇ ਵੀ ਸੋਚੋ, ਉਹ ਵੀ ਉਸੇ ਦੇਸ਼ ਦੇ ਵਸਿੰਦੇ ਹਨ, ਉਹ ਵੀ ਉਸੇ ਦੇਸ਼ ਦੇ ਵਿੱਚ ਰਹਿਣ ਵਾਲੇ ਹਨ। ਮੋਸਟ ਆਫ ਦੈਮ ਉਹ ਵੀ ਟੈਕਸ ਪੇ ਕਰ ਰਹੇ ਹਨ, ਜੋ ਕੁਝ ਉਹਨਾਂ ਤੋਂ ਹੁੰਦਾ ਹੈ ਉਹ ਕਰ ਰਹੇ ਹਨ ਦੇਸ਼ ਵਾਸਤੇ। ਦੇਸ਼ ਦਾ ਜੋ ਜਨੂਨ ਇੱਕ ਭਗਤੀ ਵਾਸਤੇ, ਦੇਸ਼ ਭਗਤੀ ਵਾਸਤੇ ਤੁਸੀਂ ਇਕੱਠ ਕਰੋ, ਸਾਰੀ ਜਨਤਾ ਨੂੰ ਇਕੱਠਿਆਂ ਕਰੋ, ਸਾਰੇ ਜਨਤਾ ਨੂੰ ਇਕੱਠਿਆਂ ਕਰੋ ਤਾਂ ਕਿ ਅਸੀਂ ਆਪਣੇ ਭਾਰਤ ਨੂੰ, ਆਪਣੇ ਇੰਡੀਆ ਨੂੰ ਅੱਗੇ ਲੈ ਜਾ ਸਕੀਏ, ਐਡਵਾਂਸ ਲੈ ਸਕੀਏ। ਸੋ ਸਾਨੂੰ ਯੂਨਿਟੀ ਰੱਖ ਕੇ ਸਾਨੂੰ ਸਾਡੇ ਕਿਸਾਨ ਭਰਾਵਾਂ ਨਾਲ ਖੜਨਾ ਹੈ। ਅਸੀਂ ਐਂਡ ਤੱਕ ਖੜਾਂਗੇ। ਅੱਜ ਸਾਨੂੰ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ 600 ਤੋਂ ਉੱਪਰ ਸਾਡੇ ਕਿਸਾਨ ਭਰਾ ਜਿਹੜੇ ਹਨ ਇਸ ਜਦੋਜਹਿਦ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਹਨ। ਲੇਕਿਨ ਕਿਸੇ ਵੀ ਗਵਰਨਮੈਂਟ ਏਜੰਸੀ ਨੇ, ਕਿਸੇ ਵੀ ਗਵਰਨਮੈਂਟ ਪਰਸਨਲ ਨੇ ਕੋਈ ਉਹਨਾਂ ਬਾਰੇ ਕੋਈ ਅਫਸੋਸ ਪ੍ਰਗਟ ਨਹੀਂ ਕੀਤਾ। ਹਾਂ ਕਿ ਕਿਤੇ ਹੋਰ ਕੋਈ ਅਜਿਹੀ ਚੀਜ਼, ਇੱਕ ਬੰਦਾ ਮਰ ਜਾਂਦਾ ਹੈ ਤਾਂ ਉਹਦੇ ਵਾਸਤੇ ਟੈਲੀਫੋਨ, ਈਵਨ ਹਾਈ ਰੈਕੀ ਦੇ ਫੋਨ ਵੀ ਚਲੇ ਜਾਂਦੇ ਹਨ। ਲੇਕਿਨ ਕੀ ਸੋਚਣਾ ਪਏਗਾ ਸਾਨੂੰ ਕਿ ਕਿਸਾਨ ਭਰਾ ਜੋ ਅੱਜ ਅਸੀਂ ਨਿਵਾਲਾ ਆਪਣੇ ਮੂੰਹ ਦੇ ਵਿੱਚ ਪਾਉਂਦੇ ਹਾਂ, ਉਹ ਤੁਸੀਂ ਕਿਸਾਨ ਦੇ ਥੈਂਕਫੁਲ ਹੋਣਾ ਚਾਹੀਦਾ, ਤੁਹਾਨੂੰ ਉਹਨਾਂ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਬਿਕੋਜ਼ ਆਫ them we are eating, we have food। ਸੋ ਜੋ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਮਜਬੂਰ ਹੋ ਕੇ ਲੋਕਾਂ ਨੂੰ ਖੇਤੀ ਤੋਂ ਪਰੇ ਹੋਣਾ ਪਏਗਾ। ਸੋ ਅੱਜ ਅਸੀਂ ਕਿਸਾਨਾਂ ਦੀ ਸੋਲਿਡਰਿਟੀ ਵਾਸਤੇ ਇੱਥੇ ਇਕੱਠੇ ਹੋਏ ਹਾਂ। ਥੈਂਕ ਯੂ। ਸਰਕਾਰ ਆ, ਇਹਨਾਂ ਨੂੰ ਹੱਲੇ ਵੀ ਇਹ ਸੋਚ ਲੈਣਾ ਚਾਹੀਦਾ ਕਿ ਜੋ ਵੀ ਗਾਂ ਨੁਕਸਾਨ ਹੋ ਰਿਹਾ, ਹੋਰ ਬੰਦਿਆਂ ਦਾ ਹੋ ਰਿਹਾ, ਮਜ਼ਦੂਰਾਂ ਦਾ ਹੋ ਰਿਹਾ, ਬਹੁਤ ਗੱਲ ਮਾੜੀ ਆ ਜੀ। ਅਸੀਂ ਇਹ ਜੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਗੌਰਮੈਂਟ ਨੂੰ ਕਿ ਜਿਹੜੇ ਇਹ ਕਾਨੂੰਨ ਬਣਾਏ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਵੋ। ਪੂਰੇ ਵਰਲਡ ਵਿੱਚ ਲੋਕੀ ਪਰੇਸ਼ਾਨ ਆ, ਉੱਥੇ ਵੀ ਸਾਲ ਤੋਂ ਲੋਕ ਬਾਹਰ ਬੈਠੇ ਆ, ਮੀਂਹ ਲੰਘਿਆ, ਕਣੀ ਲੰਘੀ, ਮੂਹਰੇ ਫੇਰ ਸਿਆਲ ਆ ਗਿਆ। ਗੌਰਮੈਂਟ ਹੱਲੇ ਤੱਕ ਵੀ ਸੋਚਣ ਨਹੀਂ ਡਈ ਇਹ ਚੀਜ਼ਾਂ ਬਾਰੇ। ਅਸੀਂ ਇਹੀ ਚਾਹੁੰਦੇ ਹਾਂ ਜੀ ਤੇ ਗੌਰਮੈਂਟ ਜਲਦੀ ਤੋਂ ਜਲਦੀ ਇਹ ਚੀਜ਼ਾਂ ਦਾ ਸੋਚੇ ਤੇ ਕਿਸਾਨਾਂ ਨੂੰ ਖੁਸ਼ ਕਰਕੇ ਉਹਨਾਂ ਦੇ ਘਰ ਭੇਜੇ। ਜਿਹੜੇ ਇਦਾਂ ਦੇ ਕਾਨੂੰਨ ਮੁੜ ਕੇ ਇਤਿਹਾਸ ਵਿੱਚ ਲਿਆਉਣ ਦੀ ਕੋਸ਼ਿਸ਼ ਨਾ ਕਰੇ, ਜਿਹੜੇ ਕਿ ਭਵਿੱਖ ਨੂੰ ਖਰਾਬ ਕਰਨ, ਗਾਂ ਦੇ ਬੱਚਿਆਂ ਦੇ ਭਵਿੱਖ ਨੂੰ ਖਰਾਬ ਕਰਨ। ਯੂਕੇ ਦੇ ਵਿੱਚ ਖਾਸ ਕਰਕੇ ਗਲਾਸਗੋ ਤੋਂ ਕੋਚਾਂ ਦੇ ਵਿੱਚ ਸੰਗਤਾਂ ਨੂੰ ਲੈ ਕੇ ਆਂਦਾ ਹੈ, ਜੋ ਕਿ ਹਿੰਦੁਸਤਾਨ ਦੇ ਵਿੱਚ ਕਿਸਾਨਾਂ ਵੱਲੋਂ ਜੋ ਜਦੋਜਹਿਦ ਕੀਤਾ ਜਾ ਰਿਹਾ ਹੈ ਉਸ ਵਿੱਚ ਉਹਨਾਂ ਨੇ ਹਿੰਦੁਸਤਾਨ ਬੰਦ ਕਰਨ ਦਾ, ਚੱਕਾ ਜਾਮ ਕਰਨ ਦਾ ਜੋ ਫੈਸਲਾ ਲਿਆ ਸੀ ਉਹ ਪੂਰੀ ਤਰ੍ਹਾਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਫਲ ਰਿਹਾ ਹੈ। ਅਸੀਂ ਅਰਦਾਸ ਕਰਦੇ ਹਾਂ ਸਤਿਗੁਰੂ ਦੇ ਚਰਨਾਂ ਵਿੱਚ, ਸਤਿਗੁਰੂ ਸਮੂਹ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਭੈਣਾਂ ਭਰਾਵਾਂ ਜਿੰਨੇ ਵੀ ਉੱਥੇ ਜੁੜ ਬੈਠੇ ਨੇ, ਸਾਡਾ ਕਿਸੇ ਦੇ ਨਾਲ ਕੋਈ ਵੀ ਵਿਤਕਰਾ ਨਹੀਂ, ਸਾਡਾ ਹਿੰਦੁਸਤਾਨ ਦੇ ਨਾਲ ਕੋਈ ਵਿਤਕਰਾ ਨਹੀਂ। ਸਿਰਫ ਡਿਕਟੇਟਰਸ਼ਿਪ ਜੋ ਤਾਨਾਸ਼ਾਹੀ ਉੱਥੇ ਚੱਲ ਰਹੀ ਹੈ, ਸਾਡਾ ਉਸ ਦੇ ਨਾਲ, ਅਸੀਂ ਉਸ ਦੇ ਵਿਰੋਧ ਦੇ ਵਿੱਚ ਇੱਥੇ ਇਕੱਠੇ ਹੋ ਕੇ ਸਾਰੇ ਪੈਕਟਿੰਗ ਕਰ ਰਹੇ ਹਾਂ। ਸੋ ਇਹਨਾਂ ਲਫ਼ਜ਼ਾਂ ਨਾਲ ਦਾ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦੀ ਹੈ। ਅਸੀਂ ਕਿਸਾਨ ਮਜ਼ਦੂਰ ਦੇ ਹਮੇਸ਼ਾ ਹੀ ਨਾਲ ਰਹੇ ਹਾਂ ਔਰ ਨਾਲ ਰਹਾਂਗੇ। ਜਿੰਨਾ ਚਿਰ ਇਹ ਮੋਰਚਾ ਸਕਸੈਸਫੁਲ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਉਹਨਾਂ ਨਾਲ ਕੰਧੇ ਨਾਲ ਕੰਧਾ ਰਲਾ ਕੇ ਖੜੇ ਰਹਾਂਗੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ
ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।